ਵਾਇਰ ਹੈ, ਕਹਿੰਦੇ ਪਾਉਂਦੇ ਤੋਂ ਟੁੱਟ ਗਈ ਅੰਦਰ, ਆਪਰੇਸ਼ਨ ਦੁਬਾਰਾ ਕਰਨਾ ਪਊਗਾ। ਕਹਿੰਦੇ ਟੁੱਟ ਗਈ, ਹੁਣ ਅਸੀਂ ਹੱਡੀ ਚੋਂ ਕਿਵੇਂ ਬਾਹਰ ਕੱਢਦੇ, ਕਹਿੰਦੇ ਤਾਂ ਹੱਡੀ ਚ ਟੁੱਟੀ ਵੀ ਹੈ, ਹੱਡੀ ਚੋਂ ਅਸੀਂ ਕਿਵੇਂ ਬਾਹਰ ਕੱਢਦੇ। ਐਟਲੀਸਟ ਉਹ ਬੰਦੇ ਮੰਨਣ ਤਾਂ ਸਹੀ ਵੀ ਸਾਡੇ ਤੋਂ ਗਲਤ ਹੋ ਗਿਆ, ਉਹ ਇਸ ਚੀਜ਼ ਨੂੰ ਵੀ ਨਹੀਂ ਮੰਨਦੇ ਪਏ। ਮੈਨੂੰ ਕਹਿੰਦਾ ਤੁਹਾਨੂੰ ਰਿਲੀਵ ਕਰਤਾ, ਮੈਂ ਕਿਹਾ ਸਰ ਕਿਉਂ, ਰੀਜ਼ਨ? ਕਹਿੰਦੇ ਇਹ ਨਹੀਂ ਮੈਨੂੰ ਪਤਾ, ਮੈਨੂੰ ਇਹ ਜੌਬ ਦੇਣਗੇ, ਮੈਂ ਹੀ ਪੁੱਛਦੀ ਆ, ਇਹ ਮੈਨੂੰ ਪਰਮਾਨੈਂਟ ਜੌਬ ਦੇਣਗੇ ਇਸ ਕੰਡੀਸ਼ਨ ਦੇ ਵਿੱਚ, ਮੈਨੂੰ ਕੋਈ ਹੋਰ ਕੋਈ ਲੈ ਲੂਗਾ ਜੌਬ ਤੇ? ਨਹੀਂ ਲੈਂਦਾ ਕੋਈ ਵੀ। ਕੋਈ ਚਾਂਸ ਨਹੀਂ, ਚੱਲੇ ਨਾ ਚੱਲੇ। ਹਾਂ ਕਹਿੰਦਾ 20-25% ਮੂਵਮੈਂਟ ਹੋਣ ਲੱਗ ਜੇ ਵੱਖਰੀ ਗੱਲ ਹੈ ਜੀ, ਪਰ ਅਸੀਂ ਗਰੰਟੀ ਨਹੀਂ ਦਿੰਦੇ ਤੇ ਖਰਚਾ ਉਹਦਾ ਲੱਖਾਂ ਦਾ। ਅਸੀਂ ਆਯੁਸ਼ਮਾਨ ਚ ਆਪਰੇਸ਼ਨ ਕਰਾਉਣ ਵਾਲੇ ਵੀ ਲੱਖਾਂ ਦਾ ਖਰਚਾ ਕਿੱਥੋਂ ਕਰਾਂਗੇ ਦੱਸੋ? ਆਪਾਂ ਰੱਬ ਮੰਨਦੇ ਆ, ਰੱਬ ਹੀ ਆਪਣੇ ਨਾਲ ਐ ਕਰੀ ਜਾਂਦੇ ਆ। ਉਹ ਕਹਿੰਦੇ ਆ ਕੋਈ ਗੱਲ ਨਹੀਂ, ਕੌਣ ਕੀ ਸਾਡਾ ਕਰ ਲੂਗਾ, ਸਾਡੇ ਤਾਂ ਪਹਿਲੇ ਹੀ ਸਾਈਨ ਹੁੰਦੇ ਆ ਵੀ ਕੋਈ ਸਾਡੇ ਤੇ ਕਲੇਮ ਨਹੀਂ ਕਰ ਸਕਦਾ। ਇਸ ਦਾ ਮਤਲਬ ਤੁਸੀਂ ਬੰਦਾ ਮਾਰ ਦੋਗੇ ਤੇ ਤੁਹਾਡੇ ਤੇ ਕੋਈ ਕਲੇਮ ਨਹੀਂ ਕਰ ਸਕਦਾ। ਜਦੋਂ ਅਸੀਂ ਕਿਹਾ ਵੀ ਹੁਣ ਇਹਦਾ ਹਰਜਾਨਾ ਕੌਣ ਭਰੂਗਾ, ਵੀ ਸਾਡਾ ਟਾਈਮ ਖਰਾਬ ਹੋ ਗਿਆ, ਸਾਡਾ ਅੰਗ ਖਰਾਬ ਹੋ ਗਿਆ, ਚਲੋ ਪੈਸਾ ਤਾਂ ਜਿਹੜਾ ਹੈਗਾ ਹੀ ਹੈ। ਕਹਿੰਦਾ ਮੈਂ ਤੁਹਾਡਾ ਆਪਰੇਸ਼ਨ ਹੀ ਨਹੀਂ ਕਰਦਾ। ਦੂਜੀ ਵਾਰ ਕਹਿੰਦਾ ਮੈਂ ਤੁਹਾਡਾ ਇਲਾਜ ਹੀ ਨਹੀਂ ਕਰਦਾ। ਤੇ ਤੁਸੀਂ ਇਹ ਸਵਾਲ ਕੀਤਾ। ਆ ਏਮਸ ਦੇ ਅੰਦਰ ਦੀ ਫੋਟੋ ਹੈਗੀ। ਇਹ ਵੀਲ ਚੇਅਰ ਤੇ ਅਸੀਂ ਬਾਹਰੋਂ ਗੇਟ ਚੋਂ ਲਿਜਾਂਦੇ ਹੁੰਦੇ ਸੀ, ਜਦੋਂ ਕਿ ਉਹਨਾਂ ਨੇ ਛੁੱਟੀ ਨਹੀਂ ਦਿੱਤੀ ਸੀ, ਕਹਿੰਦੇ ਆ ਕੇ ਡਿਊਟੀ ਕਰੋ ਆਪਦੀ। ਪੈਰ ਦੇ ਵਿੱਚ ਟਾਂਕੇ ਲੱਗੇ ਸੀਗੇ, ਟਾਂਕੇ ਦੇਖੋ ਕਿਸ ਹਿਸਾਬ ਦੇ ਲੱਗੇ ਹੋਏ ਆ। ਸ਼ਾਇਦ ਕੋਈ ਸਿਵਲ ਹਸਪਤਾਲ ਦੇ ਵਿੱਚ ਵੀ ਇਦਾਂ ਨਹੀਂ ਕੋਈ ਕਰਦਾ। ਕਹਿੰਦੇ ਐਮਰਜੈਂਸੀ 'ਚ ਤਾਂ ਅਸੀਂ ਐਂ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਗਰੇਵਾਲ। ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਗਿਆ, ਡਾਕਟਰ ਕਿਹਾ ਗਿਆ ਕਿ ਰੱਬ ਦੇ ਬਰਾਬਰ। ਪਰ ਅੱਜ ਅਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇੱਕ ਡਾਕਟਰ ਦੀ ਲਾਪਰਵਾਹੀ ਕਿਵੇਂ ਇੱਕ ਭੈਣ ਨੂੰ ਅਪਾਹਜ ਬਣਾ ਗਈ। ਭੈਣ ਸਿਮਰਨਜੀਤ ਕੌਰ ਜਿਹੜੀ ਆ ਉਹ ਸਾਡੇ ਨਾਲ ਗੱਲਬਾਤ ਕਰਾਂਗੇ। ਭੈਣ ਸਭ ਤੋਂ ਪਹਿਲਾਂ ਸਵਾਗਤ ਆਰਐਮਬੀ ਟੈਲੀਵਿਜ਼ਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭੈਣ ਕੀ ਮਾਮਲਾ ਹੈ, ਪੂਰਾ ਮਾਮਲਾ ਦੱਸਿਓ। ਸਰ ਮੈਂ ਸਿਮਰਨਜੀਤ ਕੌਰ ਬਠਿੰਡਾ ਦੀ ਰਹਿਣ ਵਾਲੀ ਹਾਂ ਤੇ ਮੈਂ ਏਮਸ ਦੇ ਵਿੱਚ ਡਿਊਟੀ ਕਰਦੀ ਹਾਂ ਐਮਟੀਐਸ ਕਲਰਕ। ਤੇ ਉੱਥੇ ਮੈਂ ਆਪਰੇਸ਼ਨ ਕਰਾਇਆ ਸੀ 17 ਮਾਰਚ ਨੂੰ। ਤੇ ਆਪਰੇਸ਼ਨ ਤੋਂ ਬਾਅਦ ਜਿਹੜਾ ਪ੍ਰੋਸੈਸ ਚੱਲਦਾ ਰਿਹਾ, ਜਿਵੇਂ ਫਿਜ਼ੀਓਥੈਰੇਪੀ ਕੰਟੀਨਿਊ ਲੈਂਦੇ ਰਹੀ, ਬਟ ਫਿਜ਼ੀਓਥੈਰੇਪੀ ਨਾਲ ਵੀ ਕੋਈ ਫਰਕ ਨਹੀਂ ਪਿਆ। ਤੇ ਮੈਂ ਡਾਕਟਰਸ ਨਾਲ ਗੱਲ ਕਰਦੀ ਰਹੀ ਕਿ ਸਰ ਐਵੇਂ ਕਰਕੇ ਕੋਈ ਚੇਂਜਸ ਨਹੀਂ ਆ ਰਹੇ। ਕਹਿੰਦੇ ਕੰਟੀਨਿਊ ਫਿਜ਼ੀਓ ਕਰਾਉਂਦੇ ਰਹੋ। ਤੇ ਜੂਨ ਦੇ ਵਿੱਚ ਡਾਕਟਰ ਗਗਨ ਨੂੰ ਮਿਲੀ ਸੀ ਮੈਂ, ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਬੱਚੇ ਐਂ ਕਰੋ 1 ਮਹੀਨਾ ਤੁਸੀਂ ਫਿਜ਼ੀਓਥੈਰੇਪੀ ਹੋਰ ਲਓ, ਨਹੀਂ ਠੀਕ ਹੁੰਦੀ ਤਾਂ ਇੱਥੋਂ ਨਾ ਬਲੌਕ ਕਰਕੇ ਨਾ ਸਿੱਧੀ ਕਰ ਦਾਂਗੇ ਇਹਨੂੰ। ਤੇ ਸਰ ਤੁਸੀਂ ਦੇਖੋ ਖੁਦ ਵੀ ਇਹ ਸਿੱਧੀ ਕਰਨ ਵਾਲੀ ਸਿਚੁਏਸ਼ਨ ਹੈਗੀ ਹੈ ਇਹਦੀ। ਡਾਕਟਰਸ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਜੇ ਸਿੱਧੀ ਕਰੋਗੇ ਨਾ ਤਾਂ ਹੱਡੀ ਟੁੱਟ ਜੂਗੀ। ਤੇ ਸਰ ਫਿਰ ਮੈਂ ਇਸ ਚੀਜ਼ ਦਾ ਰਿਸਕ ਨਹੀਂ ਲੈਤਾ। ਮੈਂ ਬਾਹਰ ਦੇ ਡਾਕਟਰਾਂ ਨਾਲ ਗੱਲ ਕੀਤੀ, ਉਹਨਾਂ ਨੂੰ ਦਿਖਾਇਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਆਪਰੇਸ਼ਨ ਦੁਬਾਰਾ ਕਰਨਾ ਪਊਗਾ, ਹੱਡੀ ਕੱਟਣੀ ਪਊਗੀ ਜਾਂ ਘਸਾ ਕੇ ਦੁਬਾਰਾ ਫਿਕਸੇਸ਼ਨ ਹੋਊਗੀ। ਕਿਉਂਕਿ ਇਹਦੇ ਵਿੱਚ ਨਾ ਤਾਂ ਸਰ ਮੇਰੀ ਮੂਵਮੈਂਟ ਐ ਹੋ ਰਹੀ ਹੈ, ਐਵੇਂ ਹੀ ਰਹਿੰਦੀ ਹੈ ਬਾਂਹ, ਨਾ ਐ ਹੁੰਦੀ ਹੈ ਪ੍ਰੋਪਰ। ਆਹ ਚੀਜ਼ ਤਾਂ ਬਿਲਕੁਲ ਹੀ ਰੁਕ ਗਈ ਆ। ਨਾ ਮੈਂ ਘਰ ਦਾ ਕੰਮ ਕਰ ਸਕਦੀ ਹਾਂ, ਨਾ ਮੈਂ ਖੁਦ ਤਿਆਰ ਹੋ ਸਕਦੀ ਹਾਂ। ਤੇ ਉਸ ਤੋਂ ਬਾਅਦ ਅਸੀਂ ਨਾ ਇਹ ਸਾਰੀ ਗੱਲ ਡਾਕਟਰ ਤਰੁਣ ਨਾਲ ਸਾਂਝੀ ਕੀਤੀ ਕਿ ਸਰ ਐਵੇਂ ਕਰਕੇ ਆਹ ਗੱਲ ਹੋ ਗਈ। ਤੇ ਡਾਕਟਰ ਤਰੁਣ ਨੇ ਨਾ ਪੂਰੇ ਡਿਨਾਈ ਕਰਤਾ। ਐਚਓਡੀ ਨੇ ਡਿਪਾਰਟਮੈਂਟ ਦੇ ਔਰਥੋ ਦੇ, ਉਹਨਾਂ ਨੇ ਡਿਨਾਈ ਕਰਤੀ ਇਹ ਚੀਜ਼। ਕਹਿੰਦੇ ਕਿ ਦੇਖੋ ਮੈਂ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਕਰ ਸਕਦਾ, ਮੈਂ ਸਿਰਫ ਅਗਰ ਤੁਸੀਂ ਇਲਾਜ ਕਰਾਉਣਾ ਤਾਂ ਠੀਕ ਹੈ, ਨਹੀਂ ਮੈਂ ਇਹਨਾਂ ਚੀਜ਼ਾਂ 'ਚ ਕੁਛ ਨਹੀਂ ਕਰ ਸਕਦਾ। ਮੈਂ ਕਿਹਾ ਸਰ ਵੀ ਕਿ ਮੇਰੀ ਜੌਬ ਜਾਊਗੀ, ਹੁਣ ਮੈਨੂੰ ਛੁੱਟੀ ਵੀ ਲੈਣੀ ਪਊਗੀ, ਦੁਬਾਰਾ ਆਪਰੇਸ਼ਨ ਹੋਊਗਾ। ਜਿਹੜੇ ਤੁਹਾਡੇ ਡਾਕਟਰਾਂ ਨਾਲ ਤੁਸੀਂ ਉਹਨਾਂ ਨੇ ਕੀਤਾ, ਤੁਸੀਂ ਹੈੱਡ ਹੋਗੇ, ਤੁਸੀਂ ਗੱਲ ਤਾਂ ਕਰੋ। ਬਟ ਉਹਨਾਂ ਨੇ ਡਿਨਾਈ ਕਰਤਾ, ਕਹਿੰਦੇ ਮੈਂ ਕੁਛ ਨਹੀਂ ਕਰ ਸਕਦਾ, ਤੁਸੀਂ ਆਪੇ ਉਹਨਾਂ ਨਾਲ ਗੱਲ ਕਰ ਲਓ। ਉਸ ਤੋਂ ਬਾਅਦ ਸਰ ਫਿਰ ਮੈਂ ਕੰਪਲੇਂਟ ਪਾਉਣੀ ਚਾਹੀ, 1 ਅਗਸਤ ਨੂੰ ਮੈਂ ਇਸ ਦੀ ਕੰਪਲੇਂਟ ਕਰਨੀ ਚਾਹੀ, ਤਾਂ ਡਾਕਟਰ ਅਲਤਾਫ ਨੇ ਮੈਨੂੰ ਰੋਕਤਾ। ਮੈਂ ਕੰਪਲੇਂਟ ਕਰਤੀ ਸੀ, ਐਮਐਸ ਆਫਿਸ ਚਲੀ ਗਈ ਸੀ ਫਾਈਲ, ਮੇ ਵੀ ਰਿਸੀਵਿੰਗ ਵੀ ਤੁਹਾਨੂੰ ਅੱਜ ਉੱਤੇ ਮਿਲ ਸਕਦੀ ਹੈ। ਉੱਥੋਂ ਸਰ ਨੇ ਫਾਈਲ ਵਾਪਸ ਮੰਗਵਾ ਲਈ, ਡਾਕਟਰ ਅਲਤਾਫ ਨੇ, ਜਿਨ੍ਹਾਂ ਦੇ ਅੰਡਰ ਮੈਂ ਕੰਮ ਕਰਦੀ ਹਾਂ। ਕਹਿੰਦੇ ਬੱਚਾ ਐ ਨਾ ਕਰੋ ਤੁਸੀਂ, ਕੋਈ ਗੱਲ ਨਹੀਂ ਤੁਹਾਡੀ ਜੌਬ ਨਹੀਂ ਜਾਂਦੀ, ਮੈਂ ਤੁਹਾਨੂੰ ਛੁੱਟੀਆਂ ਦਊਂਗਾ, ਮੈਂ ਤੁਹਾਨੂੰ ਪਰਸਨਲੀ ਲੱਖ ਰੁਪਇਆ ਦਿੰਦਾ, ਪਰ ਤੁਸੀਂ ਕੰਪਲੇਂਟ ਨਾ ਕਰੋ, ਤੁਹਾਨੂੰ ਮੈਂ ਆਪ ਖਰਚਾ ਦੇ ਦੂੰਗਾ ਇਲਾਜ ਕਰਾਉਣ ਲਈ। ਤਾਂ ਉਸ ਤੋਂ ਬਾਅਦ ਸਰ ਮੈਂ ਸੋਚਿਆ ਕਿ ਚਲੋ ਐਚਓਡੀ ਹੈਗਾ, ਮਤਲਬ 1 ਸਾਲ ਹੋ ਗਿਆ ਮੈਨੂੰ ਉੱਥੇ ਜੌਬ ਕਰਦਾ, ਕਿ ਚਲੋ ਉਹਨਾਂ ਦੀ ਇੱਜ਼ਤ ਕਰਕੇ ਨਾ ਮੈਂ ਇਹ ਚੀਜ਼ ਰੋਕਤੀ। ਬਟ ਸਰ ਜਿਵੇਂ ਜਿਵੇਂ ਮੈਨੂੰ ਪ੍ਰੋਬਲਮਸ ਆਉਂਦੀਆਂ ਗਈਆਂ, ਮੈਂ ਫਿਰ ਅਗੇਨ ਮੈਨੂੰ ਕਰਨੀ ਪਈ ਕੰਪਲੇਂਟ। 21 ਨੂੰ ਮੈਂ ਫਿਰ ਉਹਨਾਂ ਦੀ ਕੰਪਲੇਂਟ ਕੀਤੀ। ਤਾਂ ਉਸ ਤੋਂ ਬਾਅਦ ਸਾਡੇ ਡਾਕਟਰ ਦਾ ਬਿਹੇਵੀਅਰ ਚੇਂਜ ਹੋ ਗਿਆ ਮੇਰੇ ਨਾਲ। ਤੇ ਫਿਰ ਮੈਂ 28 ਨੂੰ ਫਿਰ ਸਾਰਿਆਂ ਨੂੰ, ਮਤਲਬ ਕਿਉਂਕਿ ਉੱਥੋਂ ਫਾਈਲ ਹੀ ਨਹੀਂ ਚੱਕੀ ਗਈ ਸੀ, 28 ਨੂੰ ਫਿਰ ਮੈਂ ਡੀਡੀਏ ਡਾਇਰੈਕਟਰ ਐਮਐਸ ਨੂੰ ਬਾਏ ਮੇਲ ਕੀਤਾ ਸਾਰਾ ਕੁਝ। ਉਹਦਾ ਰਿਜ਼ਲਟ ਇਹ ਨਿਕਲਿਆ ਸਰ ਕਿ ਮੈਂ 2 ਦਿਨ ਦੀ ਛੁੱਟੀ 'ਤੇ ਸੀ, ਤੇ ਮੈਨੂੰ ਫੋਨ ਕਰਕੇ ਕਹਿੰਦੇ ਨਾ ਡਾਕਟਰ ਦੇ ਮਤਲਬ ਅੰਡਰ ਜਿਹੜਾ ਮੁੰਡਾ ਲੱਗਿਆ ਆਈਪੀਡੀ ਇੰਚਾਰਜ ਆ ਅਸ਼ਵਨੀ ਤਿਵਾਰੀ, ਮੈਨੂੰ ਕਹਿੰਦਾ ਤੁਹਾਨੂੰ ਰਿਲੀਵ ਕਰਤਾ। ਮੈਂ ਕਿਹਾ ਸਰ ਕਿਉਂ, ਰੀਜ਼ਨ? ਕਹਿੰਦੇ ਇਹ ਨਹੀਂ ਮੈਨੂੰ ਪਤਾ, ਤੁਸੀਂ ਡਾਕਟਰ ਅਲਤਾਫ ਨਾਲ ਗੱਲ ਕਰ ਲਓ। ਮੈਂ ਉਹਨਾਂ ਨੂੰ ਕਾਲਸ ਕੀਤੀਆਂ, ਉਹਨਾਂ ਨੇ ਮੇਰੀ ਕਾਲ ਨਹੀਂ ਅਟੈਂਡ ਕੀਤੀ। ਮਿਲਣ ਨਾ, ਮੈਂ ਸੋਚਿਆ ਮਿਲੂੰਗੀ, ਮਿਲਣ ਦਾ ਟਰਾਈ ਨਹੀਂ ਕੀਤਾ, ਇੰਨਾ ਮਿਲਣ ਦਾ ਟਰਾਈ ਕੀਤਾ, ਉਹਨਾਂ ਨੇ ਨਹੀਂ ਸੁਣੀ। ਉਹਨਾਂ ਨੇ ਈਵਨ ਗਾਰਡ ਭੇਜਤੇ ਵਾਰਨਿੰਗ ਲਈ, 3 ਗਾਰਡ ਭੇਜਤੇ। ਕਹਿੰਦੇ ਤੁਸੀਂ ਮੈਡਮ ਮਿਲਣਾ ਨਹੀਂ ਸਰ ਨੂੰ। ਮੈਂ ਕਿਹਾ ਜੀ ਕਿਉਂ, ਮੈਨੂੰ ਰੀਜ਼ਨ ਤਾਂ ਦੱਸ ਦਿਓ, ਮੈਂ ਪੁੱਛ ਤਾਂ ਲਵਾਂ ਉਹਨਾਂ ਨੂੰ। ਕਹਿੰਦੇ ਨਹੀਂ ਤੁਸੀਂ ਮਿਲਣਾ ਨਹੀਂ ਸਰ। ਫਿਰ ਵੀ ਮੈਂ 2 ਦਿਨ ਡਿਊਟੀ 'ਤੇ ਜਾਂਦੀ ਰਹੀ, 29 30 ਨੂੰ ਮੈਂ ਤਾਂ ਡਿਊਟੀ ਪਾਈ ਆਪਦੀ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਮੈਨੂੰ ਰੀਜ਼ਨ ਦੇ ਦਿਓ, ਟਰਮੀਨੇਸ਼ਨ ਰੀਜ਼ਨ ਦੇ ਦਿਓ।
ਕਹਿੰਦੇ ਰੀਜ਼ਨ ਵੀ ਨਹੀਂ ਅਸੀਂ ਦਿੰਦੇ। ਮੈਂ ਉੱਥੇ ਡਾਕਟਰ ਵਿਵੇਕ ਅਕੈਡਮਿਕ ਦੇ ਹੈਗੇ ਆ, ਉਹਨਾਂ ਨੂੰ ਵੀ ਮਿਲੀ, ਜਿਨ੍ਹਾਂ ਦੇ ਅੰਡਰ ਮਤਲਬ ਉਹ ਸਾਨੂੰ ਰੱਖਦੇ ਆ ਆਊਟਸੋਰਸ ਵਾਲਿਆਂ ਨੂੰ। ਕਹਿੰਦੇ ਜੀ ਅਸੀਂ ਲਿਖ ਕੇ ਨਹੀਂ ਦੇ ਸਕਦੇ। ਮੈਂ ਡੀਡੀਏ ਨੂੰ ਇੱਕ ਲੈਟਰ ਵੀ ਦਿੱਤਾ ਸੀਗਾ, ਮੇਰੇ ਕੋਲ ਉਹਦੀ ਰਿਸੀਵਿੰਗ ਵੀ ਹੈਗੀ ਆ, ਉਹਨਾਂ ਨੇ ਵੀ ਕੋਈ ਗੱਲ ਨਹੀਂ ਸੁਣੀ ਸਰ। ਫਿਰ 30 ਨੂੰ ਮੈਂ ਮੇਲ ਪਾਈ, ਜਦੋਂ ਮੈਂ ਮੇਲ ਪਾਈ ਨਾਲ ਦੀ ਨਾਲ ਸਰ ਫਿਰ ਗਾਰਡਸ ਆ ਗਏ। ਕਹਿੰਦੇ ਜੇ ਤੁਸੀਂ ਐ ਨਹੀਂ ਜਾਓਗੇ ਨਾ ਤਾਂ ਤੁਹਾਡਾ ਸਮਾਨ ਚੱਕ ਕੇ ਬਾਹਰ ਸੱਟ ਦਾਂਗੇ, ਅਸੀਂ ਲੇਡੀ ਗਾਰਡ ਬੁਲਾਵਾਂਗੇ ਤੇ ਉਹਨਾਂ ਦੇ ਥਰੂ ਤੁਹਾਡਾ ਸਮਾਨ ਬਾਹਰ ਸਟਾ ਦਾਂਗੇ। ਮੈਂ ਕਿਹਾ ਸਰ ਮੈਨੂੰ ਟਰਮੀਨੇਸ਼ਨ ਦੇ ਦਿਓ, ਮੈਂ ਚਲੀ ਜਾਊਂਗੀ। ਉਸ ਤੋਂ ਬਾਅਦ ਜਿਹੜਾ ਸਾਡਾ ਹੈਗੇ ਉਹ ਕਹਿੰਦੇ ਚਲੋ ਕੋਈ ਨਾ ਅਸੀਂ ਦੇ ਦਿੰਦੇ ਹਾਂ ਟਰਮੀਨੇਸ਼ਨ। ਮੈਂ ਕਿਹਾ ਡਾਕਟਰ ਦੇਵੇ, ਕਿਉਂਕਿ ਉਹਨੇ ਮੈਨੂੰ ਟਰਮੀਨੇਟ ਕੀਤਾ, ਤੁਹਾਡੀ ਤਾਂ ਕੋਈ ਉਹ ਹੀ ਨਹੀਂ ਹੈਗੀ, ਤੁਸੀਂ ਕੰਪਨੀ ਵਾਲਿਆਂ ਨੇ ਤਾਂ ਉਹਨਾਂ ਦਾ ਕੋਈ ਫਾਲਟ ਹੀ ਨਹੀਂ ਹੈਗਾ। ਤੇ ਫਿਰ ਸਰ ਉਸ ਤੋਂ ਬਾਅਦ ਫਿਰ ਜਦੋਂ ਮੈਂ ਉਹ ਬਾਅਦ 'ਚ ਘਰੇ ਆਈ, ਉਸ ਤੋਂ ਬਾਅਦ ਘਰਦਿਆਂ ਨਾਲ ਵੀ ਗੱਲ ਕੀਤੀ ਤਾਂ ਸਾਰੇ ਜਣੇ ਮਤਲਬ ਉੱਥੇ ਵੀ ਸਾਰਿਆਂ ਨੇ ਗੱਲ ਕੀਤੀ, ਉਹ ਸਾਰੇ ਕਹਿੰਦੇ ਨਾ ਕੁਛ ਨਹੀਂ ਹੋਣਾ, ਸਿਮਰਨ ਪਕਾਈ ਹੈ, ਇਹਨਾਂ ਡਾਕਟਰ ਦਾ ਕੋਈ ਕੁਛ ਨਹੀਂ ਕਰ ਸਕਦਾ। ਮੈਂ ਤੁਹਾਨੂੰ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਵੀ ਕਿਸੇ ਨਾਲ ਐ ਗਰੀਬ ਨਾਲ ਵਿਚਾਰੇ ਨਾਲ ਗਲਤ ਹੋ ਜਾਏ ਤਾਂ ਹਾਈ ਅਥਾਰਟੀ ਵਾਲੇ ਦੀ ਚੱਲੂਗੀ, ਆਪਣੀ ਗਰੀਬ ਦੀ ਕੋਈ ਨਹੀਂ ਸੁਣਦਾ। ਇੱਥੇ ਆਪਾਂ ਕੁਛ ਨਹੀਂ ਕਰ ਸਕਦੇ। ਆਪਾਂ ਇਹ ਕਹਿੰਦੇ ਆ ਗਰੀਬ ਵਿਚਾਰਾ ਸੋਚਦਾ ਵੀ ਇਲਾਜ ਕਰਾਉਣਾ ਏਮਸ ਦੇ ਵਿੱਚ, ਤੇ ਇੱਕ ਆਪਾਂ ਡਾਕਟਰ ਨੂੰ ਉਹੀ ਗੱਲ ਆ ਜਿਵੇਂ ਸਰ ਨੇ ਕਿਹਾ ਕਿ ਰੱਬ ਮੰਨਦੇ ਆ, ਹੈ ਨਾ, ਤੇ ਆਪਾਂ ਰੱਬ ਮੰਨਦੇ ਆ, ਰੱਬ ਹੀ ਆਪਣੇ ਨਾਲ ਐ ਕਰੀ ਜਾਂਦੇ ਆ। ਉਹ ਕਹਿੰਦੇ ਆ ਕੋਈ ਗੱਲ ਨਹੀਂ, ਕੌਣ ਕੀ ਸਾਡਾ ਕਰ ਲੂਗਾ। ਕਹਿੰਦੇ ਸਾਡੇ ਕੋਲ ਤਾਂ ਪਹਿਲੇ ਸੇਫਟੀ ਮੇਜਰ ਹੁੰਦੇ ਆ ਆਪਦੇ, ਅਸੀਂ ਤਾਂ ਸਾਡੇ ਤਾਂ ਪਹਿਲੇ ਹੀ ਸਾਈਨ ਹੁੰਦੇ ਆ ਵੀ ਕੋਈ ਸਾਡੇ ਤੇ ਕਲੇਮ ਨਹੀਂ ਕਰ ਸਕਦਾ। ਇਸ ਦਾ ਮਤਲਬ ਤੁਸੀਂ ਬੰਦਾ ਮਾਰ ਦੋਗੇ ਤੇ ਤੁਹਾਡੇ ਤੋਂ ਕੋਈ ਕਲੇਮ ਨਹੀਂ ਕਰ ਸਕਦਾ, ਇਹ ਤਾਂ ਸਰ ਬਿਲਕੁਲ ਗਲਤ ਹੈ। ਦੂਸਰਾ ਮੈਨੂੰ ਜਿਹੜੀ ਮੇਰੀ ਕੰਡੀਸ਼ਨ ਹੈ ਸਰ, ਤੁਸੀਂ ਖੁਦ ਦੇਖੋ, ਤੁਹਾਨੂੰ ਲੱਗਦਾ ਮੈਨੂੰ ਕੋਈ ਜੌਬ ਦੇਊਗਾ ਇਸ ਕੰਡੀਸ਼ਨ 'ਚ? ਮੈਂ ਕਿਤੇ ਇੰਟਰਵਿਊ ਲਈ ਜਾਊਂਗੀ, ਅਗਲਾ ਪਹਿਲਾਂ ਦੇਖਦਾ ਫਿਜ਼ੀਕਲੀ ਬੰਦਾ ਫਿੱਟ ਹੈ, ਤੁਸੀਂ ਦੇਖੋ ਮੈਨੂੰ ਕੋਈ ਨੌਕਰੀ ਦੇ ਦੂ? ਹੁਣ ਜਿਹੜਾ ਸਾਡਾ ਹੁਣ ਦੋਨਾਂ ਦਾ ਅਸੀਂ ਦੋਨੇ ਘਰ ਚਲਾਉਣੇ ਆ, ਸਾਡਾ ਇੱਕ ਜਣੇ ਤੇ ਸਾਰਾ ਪ੍ਰੈਸ਼ਰ ਆ ਗਿਆ ਸਰ। ਮੈਂ ਹੁਣ ਕਿਵੇਂ ਮੈਨੇਜ ਕਰੂੰਗੀ? ਮੇਰਾ ਆਪਰੇਸ਼ਨ ਕਰਾਉਣਗੇ, ਆਪਦੀ ਸਿਸਟਰ ਦਾ ਵਿਆਹ ਕਰਨਗੇ ਕਿ ਮੈਨੂੰ ਸਾਂਭਣਗੇ? ਕਿਉਂਕਿ ਸਰ ਮੈਨੂੰ ਤਿਆਰ ਕਰਨਾ, ਮੇਰੇ ਕਰਕੇ ਡਿਊਟੀ ਤੋਂ ਲੇਟ ਹੁੰਦੇ ਆ, ਮੈਨੂੰ ਤਿਆਰ ਕਰਕੇ ਭੇਜਦੇ ਆ, ਮੇਰੇ ਮੰਮਾ ਸਫਲ ਕਰਦੇ ਪਏ ਆ, ਮੇਰੇ ਫਾਦਰ ਸਾਹਿਬ ਬਿਮਾਰ ਨੇ, ਸਾਨੂੰ ਸਾਰਿਆਂ ਨੂੰ ਹੀ ਆ ਵੀ ਅਸੀਂ ਹੁਣ ਕੀ ਕਰੀਏ। ਘਰ ਦਾ ਸਮਾਨ ਤੱਕ ਅਸੀਂ ਵੇਚਣ ਨੂੰ ਤਿਆਰ ਆ ਵੀ ਆਹ ਵੇਚ ਕੇ ਅਸੀਂ ਆਪਰੇਸ਼ਨ ਕਰਾ ਲਾਂਗੇ। ਤੁਸੀਂ ਦੱਸੋ ਸਰ ਇਸ ਕੰਡੀਸ਼ਨ 'ਚ ਹੋਰ ਮੈਂ ਹੁਣ ਕੀ ਕਰਾਂ? ਮੇਰੇ ਕੋਲ ਕੋਈ ਰਸਤਾ ਨਹੀਂ। ਇਹ ਗੱਲ ਡਾਕਟਰ ਸਾਹਿਬ ਕੋਲ ਦੱਸਦੀਆਂ ਸੀ ਕਿ ਭਾਈ ਮੇਰੇ ਪਰਿਵਾਰ ਦੀ ਕੰਡੀਸ਼ਨ ਇੰਨੀ ਯੋਗੀ ਨਹੀਂ ਹੈਗੀ ਕਿ ਮੈਂ ਦੁਬਾਰਾ ਜਿਹੜਾ ਆਪਰੇਟ ਇਦਾਂ ਕਰਵਾ ਸਕਾਂ, ਹਾਲਾਂਕਿ ਇਹ ਤੁਹਾਡੀ ਗਲਤੀ ਦੇ ਨਾਲ ਹੋਇਆ। ਜੀ ਸਰ, ਇਹ ਗੱਲ ਬਿਲਕੁਲ ਸਰ ਨੂੰ ਪਤਾ ਹੈ। ਜਦੋਂ ਕਿਹਾ ਤਾਂ ਉਹ ਤਾਂ ਕਹਿੰਦੇ ਇਹ ਤਾਂ ਕਰਨਾ ਹੀ ਪਊਗਾ, ਹੁਣ ਕੀ ਕਰ ਸਕਦੇ। ਮੇਰੇ ਵਾਲਾ ਡਾਕਟਰ ਕਹਿੰਦਾ ਜਿਹਦੇ ਅੰਡਰ ਮੈਂ ਕੰਮ ਕਰਦੀ ਹਾਂ। ਮੈਂ ਕਿਹਾ ਸਰ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਵੀ ਮੈਂ ਹੁਣ ਕੀ ਕਰਾਂ, ਦੱਸੋ। ਕੋਈ ਗੱਲ ਨਹੀਂ, ਕਹਿੰਦੇ ਜਿੰਨਾ ਮੈਥੋਂ ਹੋ ਸਕਦਾ ਮੈਂ ਕਰੂੰਗਾ, ਮੈਂ ਤੁਹਾਨੂੰ ਜੌਬ ਤੋਂ ਨਹੀਂ ਜਾਣ ਦਿੰਦਾ। ਈਵਨ ਸਰ ਉਸ ਬੰਦੇ ਨੇ ਆਪਦੇ ਬੱਚੇ ਦੀ ਤੱਕ ਕਸਮ ਖਾ ਲਈ, ਅਰਹਾਨ ਮੀਰ ਉਹਦੇ ਬੇਟੇ ਦਾ ਨਾਮ ਹੈ, ਆਪਦੇ ਬੱਚੇ ਤੱਕ ਦੀ ਕਸਮ ਖਾ ਲਈ। ਤੇ ਹੁਣ ਚੀਜ਼ਾਂ ਸਰ ਉਹ ਕਿੱਥੇ ਗਈਆਂ? ਮੈਂ ਪੁੱਛਣਾ ਚਾਹੁੰਦੀ ਵੀ ਹੁਣ ਕੀ ਹੋ ਗਿਆ? ਇੱਕੋ ਦਮ ਵੀ ਮੇਰੀਆਂ ਹੁਣ ਗਲਤੀਆਂ ਵੀ ਨਜ਼ਰ ਆਉਣ ਲੱਗ ਗਈਆਂ, ਮੈਂ ਕੰਮ ਨਹੀਂ ਕਰਦੀ ਇਹ ਵੀ ਨਜ਼ਰ ਆਉਣ ਲੱਗ ਗਿਆ। ਜਦੋਂ ਸਿਮਰਨ ਕਾਨਫਰੰਸ ਦੇ ਵਿੱਚ ਹੁੰਦੀ ਸੀ ਜਾਂ ਮਤਲਬ ਉਹਨਾਂ ਨੇ ਜਦੋਂ ਫਾਈਲ ਚਲਾਈ ਸੀ ਸਭ ਤੋਂ ਲੁਕੋ ਕੇ ਕਿ ਤੇਰੀ ਫਾਈਲ ਆਪਾਂ ਤੈਨੂੰ MTS ਸੀਜ਼ ਕਰ ਦਿੰਦੇ ਆ, ਉਦੋਂ ਸਿਮਰਨ ਚੰਗੀ ਸੀ ਸਰ। ਮਤਲਬ ਆਪਦੇ ਜਦੋਂ ਆਪਾਂ ਆਪਦੇ ਲਈ ਬੋਲਦੇ ਆ ਤਾਂ ਬੰਦਾ ਉਦੋਂ ਗਲਤ ਹੋ ਜਾਂਦਾ ਹੈ। ਇੱਕ ਆਮ ਬੰਦੇ ਦੀ ਇੰਨੀ ਕੀ ਔਕਾਤ ਹੈ ਵੀ ਬਸ ਹੁਣ ਸਾਡੇ ਆਊਟਸੋਰਸ ਵਾਲੇ ਸਰ ਉੱਥੇ ਬੰਦੇ ਕੰਮ ਕਰਦੇ, ਉਹਨਾਂ ਵਿਚਾਰਿਆਂ ਨੂੰ ਜੋ ਛੁੱਟੀ ਲੈਂਦੇ ਆ ਨਾ ਉਹਨਾਂ ਨੂੰ ਵਾਰਨ ਕੀਤਾ ਜਾਂਦਾ, ਛੁੱਟੀ ਲਾਓਗੇ ਤੁਹਾਨੂੰ ਜੌਬ ਤੋਂ ਕੱਢ ਦਾਂਗੇ। ਇਹ ਤਾਂ ਕੋਈ ਗੱਲ ਨਹੀਂ। ਕਿਰਤੀ ਜੇ ਆਪਾਂ ਐਕਟ ਦੇ ਅਕੋਰਡਿੰਗ ਦੇਖੀਏ ਨਾ ਤਾਂ ਪ੍ਰਾਈਵੇਟ ਸੈਕਟਰ ਵਾਲੇ ਨੂੰ ਛੁੱਟੀ ਅਲਾਓ ਹੈਗੀ ਹੈ, ਬਟ ਸਾਨੂੰ ਸਰ ਜਿਹੜੀ ਹੁਣ ਫੈਸਟੀਵਲ ਲੀਵ ਹੁੰਦੀ ਹੈ ਨਾ ਉਹ ਵੀ ਨਹੀਂ ਦਿੱਤੀ ਜਾਂਦੀ, ਉਹ ਵੀ ਸਾਡੀ ਕਹਿੰਦੇ ਉਹ ਨਹੀਂ ਤੁਸੀਂ ਲੈ ਸਕਦੇ। ਇੰਨਾ ਵੱਡਾ ਜਿਹੜਾ ਹੈਗਾ ਉਹ ਹੋ ਕਿਵੇਂ ਗਿਆ ਇੱਕ ਡਾਕਟਰ ਤੋਂ? ਆਏ ਦਿਨ ਆਪਰੇਟ ਕਰਦੇ ਆ, ਉਹਨਾਂ ਨੇ ਆਪਣੀ ਗਲਤੀ ਕਬੂਲੀ ਕਿ ਚਲ ਸਾਤੋਂ ਹੋਇਆ? ਸਰ ਨਹੀਂ, ਗਲਤੀ ਨਹੀਂ ਸਰ ਉਹ ਮੰਨਦੇ ਆਪਦੀ। ਈਵਨ ਕੇ ਵਾਇਰ ਦਾ ਨਾ ਮੈਂ ਖੁਦ ਜਾ ਕੇ ਪੁੱਛਿਆ ਕਿ ਸਰ ਇਹ ਕਲਿੱਪਸ ਕਾਹਦੇ ਆ, ਕਹਿੰਦੇ ਤਾਂ ਵੈਸੇ ਹੀ ਹੈ, ਵਿੱਚ ਵੈਸੇ ਹੀ ਹੈਗੇ। ਬਾਅਦ ਵਿੱਚ ਜਦੋਂ ਸਾਨੂੰ ਬਾਹਰ ਦੇ ਡਾਕਟਰਾਂ ਨੇ ਦੱਸਿਆ ਕਿ ਕੇ ਵਾਇਰ ਹੈਗੀ, ਤੇ ਡਾਕਟਰ ਤਰੁਣ ਨੇ ਵੀ ਇਹ ਗੱਲ ਦੱਸੀ ਹੈ ਕਿ ਇਹ ਕੇ ਵਾਇਰ ਹੈ, ਕਹਿੰਦੇ ਪੌਂਦੇ ਤੋਂ ਟੁੱਟ ਗਈ ਅੰਦਰ। ਜਿਹੜਾ ਆਪਰੇਸ਼ਨ ਕੀਤਾ ਉਹ ਕੀਤਾ SRs ਨੇ, 2 SR ਸੀ ਉੱਥੇ, ਇੱਕ ਲੜਕਾ ਹੋਰ ਸੀ ਐਮਰਜੈਂਸੀ OT ਦੇ ਵਿੱਚ, ਉਹਨਾਂ ਨੇ ਆਪਰੇਸ਼ਨ ਕੀਤਾ। ਰਾਤ ਨੂੰ ਆਪਰੇਸ਼ਨ ਹੋਇਆ ਤੇ ਸਰ SR ਅਸਿਸਟ ਲਈ ਹੁੰਦੇ ਆ। ਮੈਂ ਹੁਣ ਉੱਥੇ ਦੀ ਸਟਾਫ ਆ, ਮੈਨੂੰ ਪਤਾ ਹੈ ਵੀ ਉੱਥੇ OT ਦੇ ਵਿੱਚ ਕੌਣ ਕਿਹੜੇ ਟਾਈਮ, ਹੁਣ ਸਰਜਨ ਆ ਸਰ ਸਾਡੇ ਡਿਊਟੀ ਤੋਂ ਬਾਅਦ ਘਰੇ ਚਲੇ ਜਾਂਦੇ ਆ, 5 ਵਜੇ ਡਿਊਟੀ ਆਫ ਘਰੇ ਚਲੇ ਜਾਂਦੇ ਆ। ਸਾਡੇ ਇੱਕ ਉੱਥੇ ਰੋਸਟਰ ਬਣਦਾ ਜਿਹਦੇ ਵਿੱਚ ਐਮਰਜੈਂਸੀ ਕੇਸ ਹੁੰਦਾ ਨਾ ਜਿਹੜਾ, ਉਹ SR ਦੇਖਦਾ। ਜੇ ਇਨ ਕੇਸ ਜ਼ਿਆਦਾ ਪ੍ਰੋਬਲਮ ਹੈ, ਆਪਰੇਸ਼ਨ ਤਾਂ SR ਨਹੀਂ ਕਰ ਸਕਦਾ ਤਾਂ ਡਾਕਟਰ ਨੂੰ ਬੁਲਾਉਣਾ ਪੈਂਦਾ, ਤੇ ਉਹਨਾਂ ਨੇ SR ਨੇ ਆਪਰੇਸ਼ਨ ਕਰਤਾ ਰਾਤ ਨੂੰ, ਠੀਕ ਹੈ। ਹੁਣ ਉਹ ਇਸ ਚੀਜ਼ ਨੂੰ, ਉਸ ਤੋਂ ਬਾਅਦ ਸਰ ਇੱਕ ਚੀਜ਼ ਹੋਰ ਉਹਨਾਂ ਨੇ ਕੀ ਕੀਤਾ, ਆਯੁਸ਼ਮਾਨ ਦੇ ਵਿੱਚ ਤੁਹਾਨੂੰ ਦੱਸਿਆ ਮੈਂ ਹੋਇਆ, ਮੈਨੂੰ ਕਾਲ ਆਇਆ ਕਿ ਤੁਸੀਂ ਪੈਸੇ ਪੇ ਕਰਨੇ। ਮੈਂ ਕਿਹਾ ਸਰ ਕਾਹਦੇ? ਕਹਿੰਦੇ ਜੀ ਇੰਪਲਾਂਟ ਹੋਇਆ। ਮੈਂ ਕਿਹਾ ਸਰ ਵੀ ਉਹ ਤਾਂ ਸਾਡਾ ਆਯੁਸ਼ਮਾਨ 'ਚ ਹੋਇਆ। ਕਹਿੰਦੇ ਨਹੀਂ ਜੀ ਅਸੀਂ ਤਾਂ ਸਟਾਫ ਕਰਕੇ ਤੁਹਾਨੂੰ ਉਦੋਂ ਕਿਹਾ ਨਹੀਂ, ਤੇ 5 ਮਹੀਨੇ ਬਾਅਦ ਮੈਨੂੰ ਫੋਨ ਕਰਕੇ ਕੋਈ ਅਸ਼ਵਨੀ ਹੈਗਾ ਇੰਪਲਾਂਟ ਵਾਲਾ, ਉਹਨੇ ਮੈਨੂੰ ਫੋਨ ਕੀਤਾ ਮੈਡਮ ਪੈਸੇ ਦੇ ਦਿਓ। ਮੈਂ ਕਿਹਾ ਜੀ ਸੌਰੀ ਮੈਂ ਤਾਂ ਪੇਮੈਂਟ ਨਹੀਂ ਕਰਦੀ, ਠੀਕ ਹੈ, ਕਿਉਂਕਿ ਮੇਰਾ ਆਯੁਸ਼ਮਾਨ 'ਚ ਹੋਇਆ। ਤੁਸੀਂ ਮੈਨੂੰ ਉਦੋਂ ਕਹਿ ਦਿੰਦੇ ਜਦੋਂ ਮੇਰਾ ਡਿਸਚਾਰਜ ਹੋਇਆ ਸੀ ਕਿ ਮੈਡਮ ਤੁਹਾਡੇ ਇੰਨੇ ਪੈਸੇ ਆ, ਅਸੀਂ ਦੇ ਦਿੰਦੇ। ਹੁਣ ਤੁਸੀਂ 5 ਮਹੀਨੇ ਬਾਅਦ ਕਹਿ ਰਹੇ ਹੋ ਕਿ ਪੈਸੇ ਦੇ ਦਿਓ। ਪਰ ਇੱਕ ਚੀਜ਼
ਪੁੱਛਿਆ ਕਿ ਚਲੋ ਠੀਕ ਆ ਵਿੱਚ ਤੁਸੀਂ ਵਾਇਰ ਕਿਉਂ ਟੁੱਟ ਗਈ, ਉਹਦੇ 'ਚ ਮੇਰਾ ਕੀ ਕਸੂਰ ਹੈ, ਪੁੱਛਿਆ? ਪੁੱਛਿਆ ਸਰ, ਬਿਲਕੁਲ ਪੁੱਛਿਆ। ਇਹ ਚੀਜ਼ ਉਹਨੇ ਕਹਿੰਦੇ ਟੁੱਟ ਗਈ, ਹੁਣ ਅਸੀਂ ਹੱਡੀ ਚੋਂ ਕਿਵੇਂ ਬਾਹਰ ਕੱਢ ਦਈਏ? ਕਹਿੰਦੇ ਤਾਂ ਹੱਡੀ 'ਚ ਟੁੱਟੀ ਵੀ ਹੈ, ਹੱਡੀ 'ਚੋਂ ਅਸੀਂ ਕਿਵੇਂ ਬਾਹਰ ਕੱਢ ਦਈਏ? ਜਦੋਂ ਕਿ ਸਾਨੂੰ ਉਹਨਾਂ ਨੇ ਪਹਿਲਾਂ ਇਹੀ ਗੱਲ ਕਹੀ ਸੀ ਆਪਰੇਸ਼ਨ ਤੋਂ ਪਹਿਲਾਂ ਵੀ ਕਿ ਕੇ ਵਾਇਰ ਪਊਗੀ। ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਮਤਲਬ ਆਪਰੇਸ਼ਨ ਕਿੰਨੇ ਕੁ ਟਾਈਮ ਦਾ, ਕਿਉਂਕਿ ਇੱਕ ਮੈਨੂੰ ਡਰ ਸੀਗਾ ਅੰਦਰੋਂ। ਕਹਿੰਦੇ ਨਹੀਂ, ਆਪਰੇਸ਼ਨ ਘੰਟੇ ਦਾ ਹੀ ਹੈਗਾ ਤੇ ਕੋਈ ਗੱਲ ਨਹੀਂ, ਬਾਕੀ ਖੋਲੇ ਤੋਂ ਪਤਾ ਲੱਗੂਗਾ। ਮੈਂ ਵੀ ਮੰਨਦੀ ਹਾਂ ਸਰ ਵੀ ਮੌਕੇ ਤੇ ਪਤਾ ਲੱਗਦਾ ਹੁੰਦਾ ਕੀ ਪ੍ਰੋਬਲਮ ਹੈ, ਮੈਂ ਵੀ ਮੰਨਦੀ ਹਾਂ ਇਹ ਚੀਜ਼, ਪਰ ਐਟਲੀਸਟ ਉਹ ਬੰਦੇ ਮੰਨਣ ਤਾਂ ਸਹੀ ਵੀ ਸਾਡੇ ਤੋਂ ਗਲਤ ਹੋ ਗਿਆ। ਉਹ ਇਸ ਚੀਜ਼ ਨੂੰ ਵੀ ਨਹੀਂ ਮੰਨਦੇ ਪਏ। ਬਾਈ ਐਕਸਰੇ ਤੁਹਾਡੇ ਕੋਲੇ ਆ, ਹਾਲੇ ਵੀ ਡਾਕਟਰ ਜਿਹੜੇ ਉਹ ਕਬੂਲ ਨਹੀਂ ਰਹੇ? ਨਹੀਂ ਜੀ, ਕੋਈ ਨਹੀਂ ਕਬੂਲ ਰਿਹਾ ਜੀ। ਅਸੀਂ ਏਮਸ ਦੇ ਵਿੱਚ ਐਕਸਰੇ ਏਮਸ 'ਚੋਂ ਵੀ ਕਰਾ ਲਏ ਤੇ ਬਾਹਰੋਂ ਐਕਸਰੇ ਕਰਾ ਕੇ ਵੀ ਅੰਦਰ ਲੈ ਗਏ। ਉਹਨਾਂ ਨੂੰ ਦਿਖਾਇਆ ਵੀ, ਪਹਿਲਾਂ ਤਾਂ ਅਸੀਂ ਡਾਕਟਰਾਂ ਨੂੰ ਇਹੀ ਪੁੱਛਦੇ ਰਹੇ ਵੀ ਜਿਹੜੇ ਐਕਸਰੇ ਦੇ ਵਿੱਚ ਆ ਦੇਖੋ, ਤੁਸੀਂ ਦੇਖੋਗੇ ਇੱਥੇ ਦਿਖ ਰਿਹਾ ਹੈ ਨਾ ਵੀ ਜਿਹੜੀਆਂ ਆਹ ਤਾਰਾਂ ਆਈਆਂ ਦਿਖ ਰਹੀਆਂ ਵੀ ਇਹ ਕੀ ਹੈ? ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ, ਕਹਿੰਦੇ ਕੁਛ ਨਹੀਂ, ਇਹ ਤਾਂ ਵੈਸੇ ਹੀ ਵਿੱਚ ਕੁਛ ਪਿਆ ਹੈਗਾ, 3 ਸਕਰੂ ਪਏ ਆ ਤੁਹਾਡੇ, ਉਹ ਹੈਗੇ ਆ। ਜਦੋਂ ਅਸੀਂ ਬਾਹਰੋਂ ਡਾਕਟਰਾਂ ਦੀ ਸਲਾਹ ਲਈ ਅਸੀਂ ਫੋਰਟਿਸ ਮੋਹਾਲੀ ਤੱਕ ਜਾ ਆਏ ਆ, ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੋਈ ਪਹਿਲਾਂ ਉਹਨਾਂ ਨੇ ਤਾਰ ਪਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਤਾਰ ਅੰਦਰ ਟੁੱਟ ਗਈ ਤੇ ਉਹਨਾਂ ਨੇ ਤਾਰ ਉਹ ਕੱਢੀ ਨਹੀਂ, ਉੱਤੋਂ ਸਕਰੂ ਪਾਤੇ। ਤੇ ਜਦੋਂ ਅਸੀਂ ਆਰਥੋ ਦੇ HOD ਹੈ ਨਲੇਸ਼, ਡਾਕਟਰ ਤਰਨ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਜ਼ਰੂਰ ਦੱਸਿਆ ਵੀ ਤਾਰ ਵਿੱਚ ਟੁੱਟੀ ਹੋਈ ਆ। ਅਸੀਂ ਕਿਹਾ ਜੀ ਕੱਢੀ ਨਹੀਂ, ਕਹਿੰਦੇ ਉਹ ਕੱਢਦੇ ਥੋੜੀ ਹੁੰਦੇ ਆ ਵੀ ਹੁਣ ਜਿਹੜੀ ਚੀਜ਼ ਵਿੱਚ ਟੁੱਟ ਗਈ ਵਿੱਚ ਹੀ ਛੱਡ ਦੋਗੇ, ਦੱਸੋ? ਤੇ ਉਹਨਾਂ ਨੇ ਕੱਢੀ ਨਹੀਂ, ਸਕਰੂ ਪਾਤੇ ਤੇ ਪਰ ਉਸ ਤੋਂ ਬਾਅਦ ਕੋਈ ਮੂਵਮੈਂਟ ਨਹੀਂ। ਜਦੋਂ ਅਸੀਂ ਪਲਾਸਟਰ ਖਿਲਾਇਆ 4-5 ਮਹੀਨੇ ਲਗਾਤਾਰ ਫਿਜ਼ੀਓਥੈਰੇਪੀ ਕਰਾਉਂਦੇ ਰਹੇ, ਉਹਦੇ 'ਚ ਕੋਈ ਫਰਕ ਨਹੀਂ ਪਿਆ ਜੀ। ਤੇ ਜਦੋਂ ਫਿਜ਼ੀਓਥੈਰੇਪੀ ਵਾਲ ਨੂੰ ਲੱਗਿਆ ਵੀ ਕੋਈ ਫਰਕ ਤਾਂ ਪੈਂਦਾ ਹੀ ਨਹੀਂ, ਤੇ ਅਸੀਂ ਐਕਸਰੇ ਉਕਸਰੇ ਲਏ, ਡਾਕਟਰਾਂ ਦੀ ਸਲਾਹ ਲਈ, ਡਾਕਟਰ ਕਹਿੰਦੇ ਆਪਰੇਸ਼ਨ ਦੁਬਾਰੇ ਹੋਣਾਗਾ, ਹੱਡੀ ਗਲਤ ਜੁੜੀ ਹੋਈ ਹੈ। ਤੇ ਜਦੋਂ ਗਏ ਮੋਹਾਲੀ ਫੋਰਟਿਸ, ਉਹ ਕਹਿੰਦੇ ਗਲਤ ਹੱਡੀ ਤਾਂ ਜੁੜੀ ਹੈ, ਹੱਡੀ ਦੇ ਵਿੱਚ ਇਨਫੈਕਸ਼ਨ ਵੀ ਹੋਈ ਪਈ ਹੈ, ਪਹਿਲਾਂ ਇਨਫੈਕਸ਼ਨ ਨੂੰ ਖਤਮ ਕਰਨਾ ਪਊ, ਫਿਰ ਹੱਡੀ ਕੱਟਣੀ ਪਊ, ਫਿਰ ਆਪਰੇਸ਼ਨ ਦੁਬਾਰੇ ਕਰਾਂਗੇ। ਉਹ ਦੇਖਾਂਗੇ ਜਦੋਂ ਮੌਕੇ ਤੇ ਖੋਲਾਂਗੇ ਜੋੜ ਨੂੰ, ਉਹਦੇ 'ਚੋਂ ਕੀ ਨਿਕਲਦਾ ਕੀ ਬਣਦਾ। ਚਾਂਸ ਕੋਈ ਨਹੀਂ ਚੱਲੂ ਨਾ ਚੱਲੂ। ਅੱਛਾ, ਇਹ ਚਾਂਸ ਕੋਈ ਨਹੀਂ ਵੀ ਬਾਂਹ ਜੀ ਕੋਈ ਚਾਂਸ ਨਹੀਂ, ਚੱਲੇ ਨਾ ਚੱਲੇ। ਹਾਂ ਕਹਿੰਦਾ 20-25% ਮੂਵਮੈਂਟ ਹੋਣ ਲੱਗ ਜੇ ਵੱਖਰੀ ਗੱਲ ਹੈ ਜੀ, ਪਰ ਅਸੀਂ ਗਰੰਟੀ ਨਹੀਂ ਦਿੰਦੇ ਤੇ ਖਰਚਾ ਉਹਦਾ ਲੱਖਾਂ ਗਾ। ਅਸੀਂ ਆਯੁਸ਼ਮਾਨ 'ਚ ਆਪਰੇਸ਼ਨ ਕਰਾਉਣ ਵਾਲੇ ਵੀ ਲੱਖਾਂ ਦਾ ਖਰਚਾ ਕਿੱਥੋਂ ਕਰਾਂਗੇ ਦੱਸੋ? ਇਹ ਰੌਲਾ ਜੀ ਹੁਣ। ਤੇ ਜੇ ਉਹਨਾਂ ਨਾਲ ਗੱਲ ਕਰਦੇ ਆ, ਡਾਕਟਰ ਕੋਈ ਗੱਲ ਨਹੀਂ ਸੁਣਦਾ, ਉੱਤੋਂ ਕਹਿੰਦਾ ਜਿੱਥੇ ਕਾਰਵਾਈ ਕਰਨੀ ਆ ਕਰ ਲਓ। ਅੱਛਾ, ਇਹ ਕਹਿੰਦੇ ਹਾਂਜੀ, HOD ਨੇ ਸਾਨੂੰ ਆਰਥੋ ਦੇ ਨੇ ਇਹ ਕਹਿਤਾ ਵੀ ਮੈਂ ਤੁਹਾਡਾ ਆਪਰੇਸ਼ਨ ਨਹੀਂ ਕਰਦਾ, ਕਿਉਂਕਿ ਅਸੀਂ ਸਵਾਲ ਪੁੱਛ ਲਏ ਨਾ ਮੂਹਰੋਂ, ਅਸੀਂ ਪੁੱਛ ਲਿਆ ਵੀ ਐਂ ਕਿਵੇਂ ਹੋ ਗਿਆ, ਕਿਉਂ ਹੋ ਗਿਆ, ਜਾਂ ਆਪਦੇ ਸਟਾਫ ਨੂੰ ਬੁਲਾਓ, ਐਂ ਕਿਉਂ ਕਰਤਾ? ਉਹ ਕਹਿੰਦੇ ਮੈਂ ਨਹੀਂ ਬੁਲਾਉਂਦਾ, ਨਾ ਮੈਂ ਤੁਹਾਡਾ ਇਲਾਜ ਕਰਾਂ, ਜਿੱਥੇ ਕਾਰਵਾਈ ਕਰਨੀ ਆ ਕਰ ਲਓ, ਕਹਿੰਦਾ। ਤੇ ਇਹ ਗੱਲ ਕਹਿਤੀ ਸੀ ਕਿ ਭਾਈ ਹੁਣ ਅਪਾਹਜ ਹੋ ਗਿਆ, ਮਤਲਬ ਰੱਬ ਨੇ ਸਹੀ ਸਲਾਮਤ ਜਨਮ ਦਿੱਤਾ, ਪਰ ਅਪਾਹਜ ਇੱਕ ਡਾਕਟਰ ਦੀ ਗਲਤੀ ਦੇ ਨਾਲ ਹੋ ਗਿਆ, ਅਪਾਹਜ ਕਿਉਂ ਕਰਤਾ? ਬਿਲਕੁਲ ਕਿਹਾ ਜੀ, ਅਸੀਂ ਕਿਹਾ ਵੀ ਚਲੋ ਠੀਕ ਹੈ, ਸਾਡਾ ਐਕਸੀਡੈਂਟ ਹੋ ਗਿਆ, ਸੱਟ ਵੱਜ ਗਈ, ਤੁਹਾਡੇ ਕੋਲ ਇਸੇ ਲਈ ਆਏ ਆ ਵੀ ਤੁਸੀਂ ਉਹਨੂੰ ਠੀਕ ਕਰੋ। ਵੀ ਹੁਣ ਅਸੀਂ ਕਿਹਾ ਵੀ ਸਾਨੂੰ 6 ਮਹੀਨੇ ਹੋ ਗਏ ਪਹਿਲਾਂ ਤਾਂ ਹੀ ਬਾਂਹ ਲਈ ਫਿਰਦਿਆਂ ਨੂੰ, ਕੋਈ ਕੰਮ ਨਹੀਂ ਕੀਤਾ ਜਾਂਦਾ, ਸਿਰ ਤੱਕ ਵਾਹਿਆ ਨਹੀਂ ਜਾਂਦਾ, ਘਰ ਦੇ ਵਾਹੁੰਦੇ ਆ ਜਾਂ ਮੈਂ ਵਾਹੁਣਾ ਜਾਂ ਅਸੀਂ ਕਰਦੇ ਹਾਂ ਸਾਰੀ ਦੇਖ ਰੇਖ। ਤੇ ਵੀ ਉਹ ਕਹਿੰਦਾ ਫਿਰ ਹੁਣ ਇਹਦੇ 'ਚ ਮੈਂ ਤਾਂ ਕੀ ਕਰ ਸਕਦਾ, ਐਂ ਕਹਿਤਾ ਉਹਨਾਂ ਨੇ ਸਾਨੂੰ ਅੱਗੋਂ। ਤੇ ਜਦੋਂ ਅਸੀਂ ਕਿਹਾ ਵੀ ਹੁਣ ਇਹਦਾ ਹਰਜਾਨਾ ਕੌਣ ਭਰੂਗਾ, ਵੀ ਸਾਡਾ ਟਾਈਮ ਖਰਾਬ ਹੋ ਗਿਆ, ਸਾਡਾ ਅੰਗ ਖਰਾਬ ਹੋ ਗਿਆ, ਚਲੋ ਪੈਸਾ ਤਾਂ ਜਿਹੜਾ ਹੈਗਾ ਹੀ ਹੈ। ਤੇ ਕੋਈ ਜੀ ਕਿਸੇ ਨੇ ਕੁਛ ਨਹੀਂ ਕਹਿੰਦਾ, ਮੈਂ ਤੁਹਾਡਾ ਆਪਰੇਸ਼ਨ ਹੀ ਨਹੀਂ ਕਰਦਾ। ਦੂਜੀ ਵਾਰ ਕਹਿੰਦਾ ਮੈਂ ਤੁਹਾਡਾ ਇਲਾਜ ਹੀ ਨਹੀਂ ਕਰਦਾ, ਜਦੋਂ ਅਸੀਂ ਇਹ ਸਵਾਲ ਕੀਤੇ। ਹਾਂ, ਜਵਾਬ ਹੀ ਦਿੱਤਾ ਸਾਨੂੰ। ਉੱਤੋਂ ਜੇ ਅਸੀਂ ਉਹਦੀ ਕੰਪਲੇਂਟ ਕੀਤੀ ਉਹਨਾਂ ਦੀ, ਤਾਂ ਉਹਨਾਂ ਦੇ ਜਿਹੜੇ ਖਾਸ ਦੋਸਤ ਹੈਗੇ ਡਾਕਟਰ ਅਲਤਾਫ ਮੀਰ, ਜਿਹੜੇ ਕਿ ਜਿੱਥੇ ਜੌਬ ਕਰਦੇ ਹੈਗੇ, ਉਹਨਾਂ ਦੇ HOD ਹੈ, ਦੋਨਾਂ ਨੇ ਆਪਸ ਦੇ ਵਿੱਚ ਗੱਲਬਾਤ ਕਰਕੇ ਇਹਨਾਂ ਨੂੰ ਟਰਮੀਨੇਟ ਕਰਤਾ। ਟਰਮੀਨੇਟ ਕਰਤਾ? ਜੀ ਬਿਲਕੁਲ। ਕਾਰਨ ਦੱਸਿਆ ਕੋਈ? ਕਾਰਨ ਦੱਸਿਆ ਵੀ ਛੁੱਟੀਆਂ ਲੈਂਦੇ ਆ। ਹੁਣ ਜਦੋਂ ਸਾਡੀ ਐਡੀ ਵੱਡੀ ਸਰਜਰੀ ਪਹਿਲਾਂ ਹੋਈ ਆ, ਹੁਣ ਦੁਬਾਰੇ ਹੋਣੀ ਹੈ, ਅਸੀਂ ਹਸਪਤਾਲਾਂ ਦੇ ਗੇੜੇ ਲਾ ਰਹੇ ਹਾਂ, ਤਾਂ ਛੁੱਟੀਆਂ ਤਾਂ ਅਸੀਂ ਲਵਾਂਗੇ ਹੀ। ਛੁੱਟੀਆਂ ਚਲੋ ਅਸੀਂ ਛੁੱਟੀਆਂ ਆਪਦੀ ਖੁਸ਼ੀ ਨੂੰ ਲੈ ਰਹੇ, ਅਸੀਂ ਕੋਈ ਫੰਕਸ਼ਨ 'ਤੇ ਜਾਣ ਨੂੰ ਛੁੱਟੀਆਂ ਨਹੀਂ ਲੈ ਰਹੇ, ਅਸੀਂ ਕੋਈ ਐਂ ਨਹੀਂ ਹੈਗਾ ਵੀ ਅਸੀਂ ਹਿਲ ਸਟੇਸ਼ਨਾਂ 'ਤੇ ਤੁਰੇ ਫਿਰਦੇ ਹਾਂ, ਅਸੀਂ ਹਸਪਤਾਲਾਂ ਦੇ ਗੇੜੇ ਕੱਢ ਰਹੇ ਹਾਂ, ਅਸੀਂ ਤਾਂ ਛੁੱਟੀਆਂ ਲੈ ਰਹੇ ਹਾਂ। ਤਾਂ ਘੱਟੋ ਘੱਟ ਉੱਥੇ ਤਾਂ ਸੁਣਵਾਈ ਹੋਣੀ ਚਾਹੀਦੀ ਹੈ ਨਾ, ਵੀ ਠੀਕ ਆ ਤੁਹਾਨੂੰ ਛੁੱਟੀ ਦੀ ਲੋੜ ਆ, ਛੁੱਟੀ ਦੇ ਦਿੰਦੇ ਆ। ਪੁੱਠਾ ਕੀਤਾ ਵੀ ਉਹ ਲੈਟਰ 'ਚ ਲਿਖ ਕੇ ਵੀ ਤੁਸੀਂ ਛੁੱਟੀਆਂ ਵੱਧ ਲੈ ਰਹੇ ਹੋ, ਤੁਹਾਨੂੰ ਟਰਮੀਨੇਟ ਹੀ ਕਰਤਾ, ਕੋਈ ਐਡਵਾਂਸ ਨੋਟਿਸ ਨਹੀਂ ਟਰਮੀਨੇਸ਼ਨ ਦਾ। ਤੁਸੀਂ ਵੀ ਦੱਸ ਰਹੇ ਸੀ ਕਿ ਵੀਲ ਚੇਅਰ ਦੇ ਉੱਪਰ ਵੀ ਜਿਹੜਾ ਹੈਗਾ ਜਾਂਦੇ ਰਹੇ ਨੇ? ਬਿਲਕੁਲ ਜੀ, ਆ ਮੇਰੇ ਕੋਲ ਫੋਟੋਆਂ ਹੈਗੀਆਂ, ਮੈਂ ਫੋਟੋਆਂ ਵੀ ਤੁਹਾਨੂੰ ਸ਼ੋਅ ਕਰ ਦਿੰਦਾ। ਇਹ ਫੋਟੋਆਂ ਪਹਿਲਾਂ ਤਾਂ ਆਹ ਦੇਖੋ, ਆਹ ਏਮਸ ਦੇ ਅੰਦਰ ਦੀ ਫੋਟੋ ਹੈਗੀ। ਇਹ ਵੀਲ ਚੇਅਰ ਤੇ ਅਸੀਂ ਬਾਹਰੋਂ ਗੇਟ 'ਚੋਂ ਲਿਜਾਂਦੇ ਹੁੰਦੇ ਸੀ, ਜਦੋਂ ਕਿ ਉਹਨਾਂ ਨੇ ਛੁੱਟੀ ਨਹੀਂ ਦਿੱਤੀ ਸੀ, ਕਹਿੰਦੇ ਆ ਕੇ ਡਿਊਟੀ ਕਰੋ ਆਪਦੀ। ਇਸ ਹਾਲਤ ਦੇ ਵਿੱਚ ਤੁਸੀਂ ਕੈਮਰੇ ਓਪਨ ਕਰਾਓ, ਆਹ ਫੋਟੋ ਉੱਥੋਂ ਦੀ ਅੰਦਰ ਦੀ ਹੈ। ਅਸੀਂ ਗੇਟ ਤੇ ਗੱਡੀ ਤੱਕ ਜਾਂਦੇ, ਉੱਥੋਂ ਵੀਲ ਚੇਅਰ ਲੈਂਦੇ, ਵੀਲ ਚੇਅਰ ਤੇ ਇਹਨਾਂ ਦੇ ਦਫ਼ਤਰ ਲੈ ਕੇ ਜਾਂਦੇ, ਫਿਰ ਇਹ ਦਫ਼ਤਰ ਬਹਿੰਦੇ, ਜਾਂ ਤਾਂ ਕੋਈ ਨਾਲ ਜਾਂਦਾ ਸੀ, ਮੈਂ ਜਾਂਦਾ, ਇਹ ਛੋਟਾ ਭਰਾ ਜਾਂਦਾ, ਚਲੋ ਇਹ ਕੰਮ ਦੱਸਦੇ ਰਹਿੰਦੇ ਕਿਵੇਂ ਨਾ ਕਿਵੇਂ, ਅਸੀਂ ਕਰੀ ਜਾਂਦੇ ਰਹਿੰਦੇ ਕੰਪਿਊਟਰ ਤੇ ਕੰਮ, ਥੋੜਾ ਬਹੁਤ ਆਪ ਨੂੰ ਕਰਨਾ ਪੈਂਦਾ ਇਸ ਹਾਲਤ 'ਚ, ਇਹ ਐਂ ਕੰਮ ਕਰਨਾ ਪੈਂਦਾ ਸੀਗਾ। ਅਥਾਰਟੀ ਨੂੰ ਦੱਸਤਾ ਸੀ ਇਹ ਚੀਜ਼ਾਂ? ਸਭ ਨੂੰ ਪਤਾ ਹੈ ਜੀ, ਸਭ ਨੂੰ ਪਤਾ। ਉੱਥੇ ਬਾਇਓਮੈਟ੍ਰਿਕ ਅਟੈਂਡੈਂਸ ਲੱਗਦੀ ਹੈ, ਹਜੇ 5 ਦਿਨ ਪਹਿਲਾਂ ਸਰਜਰੀ ਹੋਈ ਹੈ, ਹਫ਼ਤਾ ਪਹਿਲਾਂ, ਤੇ ਉੱਥੇ ਆ ਕੇ ਮਤਲਬ ਜਿਹੜਾ ਹੈਗਾ EMPLOYE ਉਹ ਅਟੈਂਡੈਂਸ ਪਾਈ ਜਾਂਦਾ, ਤਾਂ ਕਿਸੇ ਨੂੰ ਪਤਾ ਨਹੀਂ ਲੱਗੂਗਾ ਵੀ ਸਰਜਰੀ ਵੀ ਉੱਥੇ ਹੀ ਹੋਈ ਹੈ, ਨੌਕਰੀ ਵੀ ਉੱਥੇ ਹੀ ਕਿਵੇਂ ਕਰੀ ਜਾਂਦਾ EMPLOYE, ਕਿਸੇ ਨੇ ਕੋਈ ਗੌਰ ਨਹੀਂ ਕੀਤੀ।
ਇਹ ਫੋਟੋ ਜਿਹੜੀ ਪੈਰ ਦੇ ਵਿੱਚ ਟਾਂਕੇ ਲੱਗੇ ਸੀਗੇ, ਉਹ ਟਾਂਕੇ ਵੀ ਉਹਨਾਂ ਨਾਲ ਵਾਲੇ ਸੀ। ਟਾਂਕੇ ਦੇਖੋ ਕਿਸ ਹਿਸਾਬ ਦੇ ਲੱਗੇ ਹੋਏ ਆ, ਆਹ ਦੇਖੋ ਤੁਸੀਂ ਆਪ ਚੈੱਕ ਕਰੋ। ਅੱਛਾ, ਇਹ ਟਾਂਕੇ ਲੱਗੇ ਹੋਏ ਨੇ? ਹਾਂਜੀ ਹਾਂਜੀ, ਇਹ ਪੈਰ 'ਚ ਟਾਂਕੇ ਲੱਗੇ ਹੋਏ ਆ ਜੀ। ਤੇ ਪੈਰ 'ਚ ਟਾਂਕਿਆਂ ਦੀ ਹਾਲਤ ਦੇਖੋ ਕਿਹੜੇ ਹਿਸਾਬ ਦੇ ਲਾਏ ਆ ਉਹਨਾਂ ਨੇ। ਇਹ ਦਿਖਾਈ ਹੈ ਵੀ ਇਹ ਤਾਂ ਸ਼ਾਇਦ ਕੋਈ ਸਿਵਲ ਹਸਪਤਾਲ ਦੇ ਵਿੱਚ ਵੀ ਇਦਾਂ ਨਹੀਂ ਕੋਈ ਕਰਦਾ। ਇਹ ਦਿਖਾਈ ਹੈ ਜੀ ਉਹਨਾਂ ਨੂੰ, ਦਿਖਾਈ ਹੈ, ਇਹ ਸਭ ਨੂੰ ਪਤਾ ਹੈ। ਕਹਿੰਦੇ ਐਮਰਜੈਂਸੀ 'ਚ ਤਾਂ ਅਸੀਂ ਐਂ ਹੀ ਕਰਦੇ ਹਾਂ, ਐਂ ਕਹਤਾ ਸਾਨੂੰ। ਅੱਛਾ, ਹੁਣ ਤੁਸੀਂ ਚਾਹੁੰਦੇ ਕੀ ਹੋ? ਕੀ ਤੁਹਾਡੀ ਮੰਗ ਜਿਹੜੀ ਆ ਉਹ ਕੀ ਹੈ? ਮੰਗ ਤਾਂ ਜੀ ਹੁਣ ਇਹੀ ਹੈ ਬਸ ਵੀ ਪਹਿਲਾਂ ਤਾਂ ਅਸੀਂ ਇਲਾਜ ਹੀ ਕਰਾਉਣਾ ਚਾਹੁੰਦੇ ਹਾਂ ਆਪਦਾ। ਸਭ ਤੋਂ ਪਹਿਲਾਂ ਸਾਨੂੰ ਜਦ ਵੀ ਸਾਡਾ ਅੰਗ ਸਹੀ ਚੱਲੇ, ਠੀਕ ਹੈ ਜੀ। ਤੇ ਉਹਦੇ ਤੇ ਹੁਣ ਖਰਚਾ ਜਿਹੜਾ ਲੱਖਾਂ ਰੁਪਏ ਦਾ ਖਰਚਾ ਦੱਸਿਆ, ਉਹ ਅਸੀਂ ਤਾਂ ਕਰ ਨਹੀਂ ਸਕਦੇ। ਹੁਣ ਅਸੀਂ ਚਾਹੁੰਦੇ ਹਾਂ ਵੀ ਸਾਡਾ ਇਲਾਜ ਹੋ ਜੇ, ਉਹ ਕਰਾ ਦੇਣ, ਉਹ ਕਿਤੋਂ ਹੋਰ ਕਰਾ ਦੇਣ, ਉਹਨਾਂ ਤੋਂ ਤਾਂ ਕਰਾਉਣਾ ਨਹੀਂ, ਏਮਜ਼ 'ਚੋਂ ਅਸੀਂ ਕਰਾਉਣਾ ਨਹੀਂ। ਜੇ ਹੁਣ ਡਾਕਟਰ ਕਹਿੰਦੇ ਵੀ ਉੱਥੋਂ ਅਸੀਂ ਕਰ ਦਿੰਦੇ ਹਾਂ, ਉੱਥੋਂ ਨਹੀਂ ਕਰਾਉਣਾ, ਕਿਉਂਕਿ ਸਟਾਫ ਹੋਣ ਦੇ ਨਾਤੇ ਪਤਾ ਸਾਨੂੰ ਵੀ ਉੱਥੇ ਦੂਜੀ ਵਾਰ ਜੇ ਆਪਰੇਸ਼ਨ ਹੁੰਦਾ ਤਾਂ ਕੀ ਹੁੰਦਾ, ਉੱਥੇ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ। ਤੇ ਦੂਜੀ ਜਿਹੜਾ ਟਰਮੀਨੇਟ ਕੀਤਾ ਗਿਆ ਜੌਬ ਤੋਂ, ਅਸੀਂ ਉਹਦਾ ਜਵਾਬ ਚਾਹੁੰਦੇ ਹਾਂ ਵੀ ਸਾਨੂੰ ਡਾਕਟਰ ਲਿਖਤੀ ਜਵਾਬ ਦੇਵੇ ਵੀ ਮੈਂ ਟਰਮੀਨੇਟ ਕਿਉਂ ਕੀਤਾ, ਸਾਨੂੰ ਲਿਖਤੀ ਕਾਰਨ ਦੇਵੇ ਡਾਕਟਰ ਆਪ। ਡਾਕਟਰ ਅਲਤਾਫ ਮੀਰ HOD ਬਰਨ ਐਂਡ ਪਲਾਸਟਿਕ ਸਰਜਰੀ ਦਾ ਹੈਗਾ। ਤੇ ਇਹਨਾਂ ਡਾਕਟਰ ਦੇ ਖਿਲਾਫ ਸ਼ਿਕਾਇਤ ਤੁਸੀਂ ਪਾਈ ਹੋਈ ਹੈ ਕਿਤੇ ਨਾ ਕਿਤੇ, ਚਾਹੇ ਹਾਇਰ ਅਥਾਰਟੀ ਕੋਲੇ ਸ਼ਿਕਾਇਤ ਪਾਈ ਹੋਈ ਹੈ ਤੁਹਾਡੇ ਕੋਲ? ਇਹਨਾਂ ਦੇ ਖਿਲਾਫ ਜੀ ਅਸੀਂ ਪਹਿਲਾਂ ਤਾਂ ਏਮਜ਼ ਦੇ ਜਿਹੜੀ ਅਥਾਰਟੀਜ਼ ਹੈ, ਡਾਇਰੈਕਟਰ ਆਫ ਏਮਜ਼ ਹੈਗੇ, ਡਿਪਟੀ ਡਾਇਰੈਕਟਰ ਹੈਗੇ, ਜਿਹੜੇ ਉੱਥੋਂ ਦੇ MS ਸੁਪਰਡੈਂਟ ਹੈ, ਮੈਡੀਕਲ ਸੁਪਰਡੈਂਟ, ਉਹਨਾਂ ਕੋਲ ਸਾਰਿਆਂ ਕੋਲ ਸ਼ਿਕਾਇਤ ਪਾਈ ਸੀ। ਉਦੋਂ ਬਾਅਦ ਹੀ ਨਤੀਜਾ ਇਹ ਨਿਕਲਿਆ ਹੀ ਸਾਨੂੰ ਟਰਮੀਨੇਟ ਕੀਤਾ। ਫਿਰ ਅਸੀਂ ਜਿਹੜੀ ਆਪਣੀ ਪੰਜਾਬ ਮੈਡੀਕਲ ਕਾਉਂਸਲ ਹੈ ਉਹਦੇ 'ਤੇ ਮੇਲ ਪਾਈ ਹੈ ਜੀ, ਤੇ ਅੱਜ ਉਹਨਾਂ ਨੂੰ ਇੱਕ ਲਿਖਤੀ ਸ਼ਿਕਾਇਤ ਪੋਸਟ ਕਰਨੀ ਵੀ ਹੈਗੀ ਹੈ, ਉਹ ਅਸੀਂ ਸਾਰੀ ਤਿਆਰ ਕੀਤੀ ਹੋਈ ਹੈ, ਉਹ ਪੋਸਟ ਕਰਨੀ ਹੈ। ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਰਿਸਪੌਂਸ ਆਉਂਦਾ, ਨਹੀਂ ਫਿਰ ਕੋਈ ਕਾਨੂੰਨੀ ਸਹਾਰਾ ਲੈਣ ਦੀ ਕੋਸ਼ਿਸ਼ ਕਰਾਂਗੇ ਜੇ ਉੱਥੇ ਸੁਣਵਾਈ ਹੋ ਸਕੇ ਤਾਂ। ਕੀ ਮੰਗ ਕਰਦੇ ਹੋ ਭੈਣੇ? ਕਿਉਂਕਿ ਇੱਕ ਪੂਰਨ ਰੂਪ ਦੇ ਵਿੱਚ ਅਪਾਹਜ ਕਰਕੇ ਤੁਹਾਨੂੰ ਜਿਹੜਾ ਹੈਗਾ ਉਹ ਬਿਠਾ ਦਿੱਤਾ ਹੈ। ਸਰ ਐਵੇਂ ਆ, ਹੁਣ ਮੇਰੀ ਬਾਂਹ ਤਾਂ ਉਵੇਂ ਦੀ ਹੋ ਨਹੀਂ ਸਕਦੀ ਤੇ ਮੈਂ ਉਵੇਂ ਨਹੀਂ ਹੋ ਸਕਦੀ। ਮੈਨੂੰ ਇਹ ਜੌਬ ਦੇਣਗੇ, ਮੈਂ ਹੀ ਪੁੱਛਦੀ ਹਾਂ, ਇਹ ਮੈਨੂੰ ਪਰਮਾਨੈਂਟ ਜੌਬ ਦੇਣਗੇ ਇਸ ਕੰਡੀਸ਼ਨ ਦੇ ਵਿੱਚ? ਮੈਨੂੰ ਕੋਈ ਹੋਰ ਕੋਈ ਲੈ ਲੂਗਾ ਜੌਬ ਤੇ? ਨਹੀਂ ਲੈਂਦਾ ਕੋਈ ਵੀ। ਮੈਂ ਚਾਹੁੰਦੀ ਹਾਂ ਮੈਨੂੰ ਇਹ ਮੇਰੀ ਜੌਬ ਵਾਪਸ ਕਰਨ। ਮੈਂ ਆਪਦੀ ਜੌਬ ਚਾਹੁੰਦੀ ਹਾਂ ਕਿਉਂਕਿ ਮੈਂ ਆਪਦਾ ਘਰ ਵੀ ਤੋਰਨਾ ਸਰ ਬਾਅਦ ਵਿੱਚ। ਹੁਣ ਮੈਂ ਆਪਰੇਸ਼ਨ ਕਰਾਉਂਗੀ ਦੁਬਾਰਾ ਤਾਂ ਮੈਂ ਘਰੇ ਬੈਠੂੰਗੀ, ਮੈਨੂੰ ਉਹਦਾ ਖਰਚਾ ਕੌਣ ਦੇਊਗਾ? ਈਵਨ ਮੈਂ ਇਹਨਾਂ ਨੂੰ ਪਤਾ ਸੀ, ਡਾਕਟਰ ਅਲਤਾਫ ਨੂੰ ਪਤਾ ਸੀ ਕਿ ਦੁਬਾਰਾ ਆਪਰੇਸ਼ਨ ਕਰਾਉਣਾ ਤੇ ਮੈਂ ESIC ਦੇ ਥਰੂ ਨਾ ਛੁੱਟੀਆਂ ਲੈਣੀਆਂ। ਇਹ ਡਾਕਟਰ ਅਲਤਾਫ ਨੂੰ ਪਤਾ ਸੀ, ਜਾਣ ਬੁੱਝ ਕੇ ਉਹਨਾਂ ਨੇ ਇਹ ਕੀਤਾ ਵੀ ਮੈਂ ESIC ਦੇ ਥਰੂ ਵੀ ਕਲੇਮ ਨਾ ਕਰ ਪਾਵਾਂ, ਜਦੋਂ ਕਿ ਮੇਰਾ ਉੱਥੇ ESIC ਕੱਟਿਆ ਜਾਂਦਾ, ਮੇਰਾ PF ਕੱਟਿਆ ਜਾਂਦਾ। ਉਹਨਾਂ ਨੇ ਮੇਰੇ ਵਾਸਤੇ ਕੋਈ ਰਸਤਾ ਹੀ ਨਹੀਂ ਛੱਡਿਆ ਵੀ ਮੈਂ ਹੁਣ ਕਰ ਕੀ ਸਕਦੀ ਹਾਂ। ਤਾਂ ਹੁਣ ਮੇਰਾ ਇਹੀ ਹੈ ਵੀ ਇੱਕ ਤਾਂ ਮੇਰਾ ਇਲਾਜ ਕਰਾਵਾਂ ਮੈਂ, ਦੂਸਰਾ ਸਰ ਮੈਨੂੰ ਮੇਰੀ ਜੌਬ ਦੀ ਸ਼ੋਰਿਟੀ ਦਿਓ ਕਿ ਤੁਸੀਂ ਅੱਗੇ ਲਈ ਮੇਰੇ ਲਈ ਕੀ ਕਰ ਰਹੇ ਹੋ। ਮੇਰੀ ਜੌਬ ਸਿਕਿਉਰ ਆ ਉੱਥੇ, ਮੈਂ ਵਾਪਸ ਉੱਥੇ ਜੌਬ ਕਰਨਾ ਚਾਹੁੰਦੀ ਹਾਂ, ਪਰ ਮੈਂ ਜੌਬ ਕਰਨਾ ਚਾਹੁੰਦੀ ਹਾਂ ਬਿਨਾਂ ਪ੍ਰੋਬਲਮ ਤੋਂ। ਬਿਕੋਜ਼ ਹੁਣ ਮੈਨੂੰ ਪਤਾ ਕਿ ਮੈਂ ਉੱਥੇ ਜੌਬ ਕਰੂੰਗੀ, ਮੈਨੂੰ ਟੌਰਚਰ ਕੀਤਾ ਜਾਊਗਾ, ਬਹੁਤ ਜ਼ਿਆਦਾ ਟੌਰਚਰ ਕੀਤਾ ਜਾਊਗਾ। ਮੈਨੂੰ ਜਾਂ ਤਾਂ ਮੇਰੀ ਕੰਪਨਸੇਸ਼ਨ ਦੇਣ, ਕਿਉਂਕਿ ਅਕੋਰਡਿੰਗ ਟੂ ਜਿਹੜਾ ਪ੍ਰਾਈਵੇਟ ਸੈਕਟਰ ਦੇ ਅਕੋਰਡਿੰਗ 3 ਮਹੀਨੇ ਦਾ ਟਰਮੀਨੇਸ਼ਨ ਲੈਟਰ ਤੁਹਾਨੂੰ ਪਹਿਲਾਂ ਦੇਣਾ ਪੈਂਦਾ ਹੁੰਦਾ, ਐਡਵਾਂਸ ਦੇਣਾ ਪੈਂਦਾ ਹੁੰਦਾ ਕਿ ਅਸੀਂ ਤੁਹਾਨੂੰ ਕੱਢਣ ਲੱਗੇ ਹਾਂ, ਠੀਕ ਹੈ। ਉਹ ਵੀ ਵੈਲਿਡ ਰੀਜ਼ਨ ਹੋਵੇ ਵੀ ਹਾਂ ਤੁਸੀਂ ਇਸ ਗੱਲ ਕਰਕੇ ਤੁਹਾਨੂੰ ਕੱਢ ਰਹੇ ਆ। ਸਰ ਮੈਨੂੰ ਇਹ ਚੀਜ਼ਾਂ ਚਾਹੀਦੀਆਂ। ਤਾਂ ਮੈਂ ਵੱਧ ਤੋਂ ਵੱਧ ਰਿਕੁਐਸਟ ਕਰਦੀ ਹਾਂ ਸਾਰਿਆਂ ਨੂੰ, ਪਲੀਜ਼ ਮੇਰਾ ਸਾਥ ਦਿਓ, ਕਿਉਂਕਿ ਇਹ ਕਹਿੰਦੇ ਆ ਕਿ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ, ਪਰ ਮੈਂ ਕਹਿੰਦੀ ਹਾਂ ਵੀ ਆਮ ਬੰਦੇ ਦੇ ਵਿੱਚ ਬਹੁਤ ਪਾਵਰ ਹੁੰਦੀ ਹੈ। ਜਿੰਨੀ ਆਮ ਬੰਦੇ 'ਚ ਪਾਵਰ ਹੁੰਦੀ ਹੈ ਨਾ, ਉਨੀ ਗਵਰਨਮੈਂਟ ਸੈਕਟਰ ਵਾਲਿਆਂ 'ਚ ਨਹੀਂ ਹੁੰਦੀ। ਪਲੀਜ਼ ਮੇਰਾ ਸਾਥ ਦਿਓ, ਰਿਕੁਐਸਟ ਆ ਤੁਹਾਨੂੰ। ਮੈਂ ਆਪਦੀ ਬਾਂਹ ਚਲਾਉਣਾ ਚਾਹੁੰਦੀ ਹਾਂ ਕਿਉਂਕਿ ਮੇਰੀ ਪੂਰੀ ਜ਼ਿੰਦਗੀ ਪਈ ਆ, ਹਾਲੇ 1 ਸਾਲ ਹੋਇਆ ਮੇਰੇ ਵਿਆਹ ਨੂੰ। ਮੈਂ ਆਪਦੀ ਪਲੀਜ਼ ਤੁਹਾਨੂੰ, ਬਸ ਮੇਰੇ ਕੋਲ ਹੋਰ ਵਰਡਸ ਹੈ ਨਹੀਂ ਸਰ। ਪਰਿਵਾਰ ਦਾ ਗੁਜ਼ਾਰਾ ਵੀ ਭੈਣੇ ਇਹਦੇ ਤੇ ਹੀ ਹੁੰਦਾ ਤਨਖਾਹ? ਬਿਲਕੁਲ ਸਰ, ਬਿਲਕੁਲ ਸਰ। ਅਸੀਂ ਦੋਨੇ ਫੈਮਿਲੀ ਚਲਾਉਣੇ ਆ। ਮੇਰੇ ਪਾਪਾ ਬਿਮਾਰ ਰਹਿੰਦੇ ਨੇ, ਮੰਮੀ ਮੇਰੇ ਬਿਮਾਰ ਰਹਿੰਦੇ ਨੇ, ਕੰਮ ਕਰਦੇ ਨੇ, ਸਿਲਾਈ ਕਰਦੇ ਨੇ, ਬਹੁਤ ਔਖੇ ਅਸੀਂ ਹੈਗੇ ਆ ਘਰੋਂ ਵੀ। ਭੈਣ ਦਾ ਵਿਆਹ ਕਰਨਾ ਗਾ, ਤੁਸੀਂ ਦੱਸੋ ਵੀ ਇੰਨੇ ਹੁਣ ਇਕੱਲੇ ਸਾਰਾ ਕੁਝ ਕਿਵੇਂ ਕਰ ਲੈਣਗੇ? ਮੈਂ ਇੱਕ ਵੈਲ ਐਜੂਕੇਟਡ ਆ, ਮੇਰੀ ਇੰਜੀਨੀਅਰਿੰਗ ਕੀਤੀ ਹੋਈ ਆ ਕੰਪਿਊਟਰ ਸਾਇੰਸ ਦੀ, ਤਾਂ ਮੈਂ ਇਸੇ ਕਰਕੇ ਇਹ ਪਲੇਟਫਾਰਮ ਚੁਣਿਆ ਸੀ। ਚਲੋ ਉੱਥੇ ਇੱਕ ਕਲਰਕ ਦੇ ਤੌਰ 'ਤੇ ਮੈਨੂੰ ਵਧੀਆ ਕੰਮ ਕਰ ਰਹੀ ਸੀ ਮੈਂ ਆਪਦਾ, ਬਟ ਫਿਰ ਵੀ ਉਹਨਾਂ ਨੇ ਮੇਰੀ ਰੋਟੀ 'ਤੇ ਲੱਤ ਮਾਰਤੀ ਕਿਉਂਕਿ ਮੈਂ ਆਪਦੇ ਲਈ ਸਟੈਂਡ ਲਿੱਤਾ। ਕਿ ਆਪਦੇ ਲਈ ਕੀ ਸਟੈਂਡ ਲੈਣਾ? ਇੰਨਾ ਗਲਤ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਫਿਰ ਤਾਂ ਕੋਈ ਵੀ ਬੰਦਾ ਆਪਦੇ ਮਤਲਬ ਕੋਈ ਇਨਸਾਫ ਲਈ ਆਵਾਜ਼ ਨਹੀਂ ਚੱਕੂਗਾ, ਉਹ ਸੋਚੂਗਾ ਕਿ ਹਾਂ ਯਾਰ ਮੇਰਾ ਨੁਕਸਾਨ ਹੋਊਗਾ। ਮੈਨੂੰ ਪਤਾ ਸੀ ਸਰ ਇਹ ਮੇਰੇ ਨਾਲ ਆਈ ਕਰਨਗੇ, ਮੈਨੂੰ ਪਤਾ ਸੀ, ਪਰ ਸਰ ਮੈਂ ਜੋ ਮੇਰੇ ਨਾਲ ਗਲਤ ਹੋਇਆ, ਮੈਂ ਚਾਹੁੰਦੀ ਹਾਂ ਕਿਸੇ ਹੋਰ ਨਾਲ ਗਲਤ ਨਾ ਹੋਵੇ। ਜੋ ਮੇਰੇ ਨਾਲ ਇਹਨਾਂ ਨੇ ਕੀਤੀ ਕਿਸੇ ਹੋਰ ਨਾਲ ਨਾ ਕਰ ਪਾਉਣ, ਮੈਂ ਇਹ ਚਾਹੁੰਦੀ ਹਾਂ। ਭੈਣ ਸਿਮਰਨਜੀਤ ਸਾਡੇ ਨਾਲ ਸੀ, ਉਹਨਾਂ ਦੇ ਹਸਬੈਂਡ ਜਿਹੜਾ ਸਾਡੇ ਨਾਲ ਸੀ, ਕਿ ਕਿਸ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਅਪਾਹਜ ਕਰਕੇ ਰੱਖ ਦਿੱਤਾ ਹੈ। ਗਲਤੀ ਜਿਹੜੀ ਆ ਉਹ ਵੀ ਨਹੀਂ ਮੰਨੀ ਜਾ ਰਹੀ। ਅਗਲੀ ਗੱਲ ਕੀ ਆ? ਅਗਲੀ ਗੱਲ ਇਹ ਆ ਕਿ ਭਾਈ ਨੌਕਰੀ ਸੀ ਜਿਹਦੇ ਤੋਂ ਪਰਿਵਾਰ ਚੱਲਦਾ ਸੀ, ਜਿਹਦੇ ਤੋਂ ਘਰ ਜਿਹੜਾ ਚੱਲਦਾ ਸੀ, ਉਹ ਨੌਕਰੀ ਵੀ ਉਹਨਾਂ ਤੋਂ
ਖੋਹ ਲਈ ਗਈ ਆ। ਕਾਰਨ ਕੀ ਆ? ਕਾਰਨ ਇਹ ਆ ਕਿ ਉਹਨਾਂ ਨੇ ਆਪਣੀ ਆਵਾਜ਼ ਚੁੱਕੀ ਸੀ, ਆਪਣੇ ਹੱਕ ਦੀ ਜਿਹੜੀ ਆ ਉਹ ਆਵਾਜ਼ ਚੁੱਕੀ ਸੀ। ਜੁੜੇ ਰਹੋ ਆਰਐਮਬੀ ਟੈਲੀविजन ਦੇ ਨਾਲ, ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ। ਧੰਨਵਾਦ। नहीं, अभी हम इंक्वायरी के लिए दिए हैं, इंक्वायरी की रिपोर्ट आने पर ਤੁਹਾਡੇ ਹਾਲੇ ਤੱਕ ਨਹੀਂ ਮਤਲਬ ਧਿਆਨ ਦੇ ਵਿੱਚ ਵੀ ਇਨਕੁਆਇਰੀ ਦੇ ਲਈ ਦੇਤਾ जी ਇਹ? अगर नहीं अभी दिया नहीं, कमेटी बना रहा है। ओके, अभी कमेटी बना रहे ऑपरेशन गलत। हो। अच्छा सर, अभी कमेटी बन रही है? हाँ, ओके, उससे पहले आपके ध्यान में था ये मामला? उन्होंने आपको शिकायत किया था? नहीं, हम एक कोई मेल भेजा था, उस समय हम छुट्टी थे ओके तो हम नहीं देख पाए थे। ओके, लेकिन अभी पढ़ा है, हमने देखा है। ठीक है।